उमरां दा लम्मा पैंडा हस के मुका ले रावां दियां कंढियां नूं सीने नाल ला ले उमरां दा लम्मा पैंडा हस के मुका ले। सरदार देवेंद्र मोहन सिंह ਦਾ ਜਨਮ 13 ਮਾਰਚ 1948 ਨੂੰ ਪਿਤਾ ਸ਼੍ਰੀ ਈਸ਼ਰ ਸਿੰਘ ਤੇ ਮਾਤਾ ਸ਼੍ਰੀਮਤੀ ਦਲੀਪ ਕੌਰ ਦੇ ਘਰ ਅੰਬਾਲਾ ਵਿਖੇ ਹੋਇਆ। ਮੁੱਢਲੀ ਸਿੱਖਿਆ ਖਾਲਸਾ ਸਕੂਲ ਅੰਬਾਲਾ ਤੋਂ ਤੇ 10ਵੀਂ ਏਐਸ ਹਾਇਰ ਸੈਕੰਡਰੀ ਸਕੂਲ ਅੰਬਾਲਾ ਤੋਂ ਕਰਨ ਉਪਰੰਤ 1969 ਚ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪਟਿਆਲਾ ਤੋਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਸਿੰਬੋਸਿਸ ਪੁਣੇ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ। 1969 ਤੋਂ ਲੈ ਕੇ 1972 ਤੱਕ ਨਿੱਜੀ ਕੰਪਨੀ 'ਚ ਕੰਮ ਕੀਤਾ। ਮਾਰਚ 1973 'ਚ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ 'ਚ ਬਤੌਰ ਅਸਿਸਟੈਂਟ ਮੈਨੇਜਰ ਜੁਆਇਨ ਕੀਤਾ। 33 ਸਾਲ ਇਸ ਅਦਾਰੇ 'ਚ ਆਪਣੀਆਂ ਸੇਵਾਵਾਂ ਦੇਣ ਉਪਰੰਤ ਮਾਰਚ 2006 'ਚ ਚੀਫ ਜਨਰਲ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋਏ। ਰਿਟਾਇਰਮੈਂਟ ਤੋਂ ਬਾਅਦ ਹੁਣ ਕਸਟਮ ਕਮਿਸ਼ਨਰੇਟ ਲੁਧਿਆਣਾ ਦੇ ਪੈਨਲ 'ਚ ਬਤੌਰ ਚਾਰਟਰਡ ਇੰਜੀਨੀਅਰ ਕੰਮ ਕਰ ਰਹੇ ਹਨ ਤੇ ਮਾਰਕੀਟਿੰਗ ਸਲਾਹਕਾਰ ਵੀ ਹਨ। ਸਰਦਾਰ ਡੀਐਮ ਸਿੰਘ ਦਾ ਸਾਹਿਤ ਵੱਲ ਰੁਝਾਨ ਹੈ, ਜਿਹਦੇ ਚਲਦੇ ਉਹਨਾਂ ਦੇ ਹੁਣ ਤੱਕ ਕਈ ਕਵਿਤਾ ਤੇ ਕਹਾਣੀ ਸੰਗ੍ਰਹਿ ਛਪ ਚੁੱਕੇ ਨੇ, ਜਿਨ੍ਹਾਂ 'ਚ ਜੀਵਨਦੀਪ ਕਹਾਣੀ ਸੰਗ੍ਰਹਿ, ਝੂਠਾ ਮਦਮੂਲ ਨਾ ਪੀਛੇ, ਪ੍ਰੀਤ ਦੀ ਲੋੜ ਕਾਵ ਸੰਗ੍ਰਹਿ ਤੇ ਇਸ ਤੋਂ ਇਲਾਵਾ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਅਤੇ ਹੋਰ ਕਈ ਸੰਸਥਾਵਾਂ ਨੇ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ 'ਚ ਇਹਨਾਂ ਦੀਆਂ ਕਹਾਣੀਆਂ ਤੇ ਕਵਿਤਾਵਾਂ ਸ਼ਾਮਲ ਕੀਤੀਆਂ ਨੇ। ਸਾਹਿਤ 'ਚ ਯੋਗਦਾਨ ਕਰਕੇ ਇਹਨਾਂ ਨੂੰ ਕਈ ਮਾਨ ਸਨਮਾਨ ਵੀ ਮਿਲੇ ਹਨ, ਜਿਨ੍ਹਾਂ 'ਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਬੈਸਟ ਸਟੋਰੀ ਰਾਈਟਰ ਅਵਾਰਡ ਵੀ ਸ਼ਾਮਿਲ ਹੈ। ਡੀਐਮ ਸਿੰਘ ਜੀ ਕਈ ਸੰਸਥਾਵਾਂ ਨਾਲ ਵੀ ਜੁੜੇ ਹਨ, ਜਿਨ੍ਹਾਂ 'ਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ, ਕੇਂਦਰੀ ਪੰਜਾਬੀ ਲੇਖਕ ਸਭਾ ਤੇ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਸ਼ਾਮਿਲ ਹਨ। ਆਓ ਮੁਲਾਕਾਤ ਕਰਦੇ ਹਾਂ ਸਮਾਜ ਵਿਗਿਆਨੀ, ਕਵੀ, ਲੇਖਕ ਤੇ ਕੁਸ਼ਲ ਇੰਜੀਨੀਅਰ सरदार देवेंद्र मोहन सिंह हुरा नाल। सुबह होती है, शाम होती है, जिंदगी यूं ही तमाम होती है। कुछ लोग जिंदगी नूं कटदे ने ते कुछ लोग जिंदगी नाल पूरी तरह वफा निभाउंदे होए ओदियां अखां चक्खा पा के ओदा हथ फड़ के तुरदे ने ते यही सही मायने च सानू जीवन जाच सिखाउंदे ने। अजिहियां हस्तियां दी तुहाडे नाल मुलाकात कराउने आ साडे प्रोग्राम उमरां दी पैंड च ते अज जिहदे नाल असीं तुहाडी मुलाकात करा रहे हां उन्हां दा वास संदां नाल भी पिया ते मनुखी मन दियां तंदां नाल भी। वो इंजीनियर भी ने, कवि ते लेखक भी। मेरी मुराद सरदार दविंदर मोहन सिंह हुरा नाल। सत श्री अकाल दविंदर सिंह जी। सत श्री अकाल जी। बहुत बहुत स्वागत तुहाडा साडे प्रोग्राम च। सब तो पहला तुहाडे बीते वल झांकदे हां, जानदे हां तुहाडे जन्म, बचपन ते तुहाडी मुੱਢਲੀ सिੱਖਿਆ बारे। बहुत मेहरबानी। मेरा जन्म 13 मार्च 1948 ਨੂੰ ਅੰਬਾਲਾ ਸ਼ਹਿਰ ਵਿਖੇ ਹੋਇਆ। ਆਜ਼ਾਦੀ ਤੋਂ ਪਹਿਲੇ ਸਾਡਾ ਪਰਿਵਾਰ ਜਿਹੜਾ ਹੈ ਪਾਕਿਸਤਾਨ 'ਚ ਸੀ, ਰਾਵਲਪਿੰਡੀ ਵਿਖੇ ਸੈਟਲ ਸੀ ਔਰ ਬੜਾ ਸਮਰੱਥ ਪਰਿਵਾਰ ਸੀ। ਪਰ ਇੱਥੇ ਆ ਕੇ ਅਸੀਂ ਅੰਬਾਲਾ ਸ਼ਹਿਰ ਵਿਖੇ ਸੈਟਲ ਹੋਏ ਔਰ ਮੇਰੀ ਮੁੱਢਲੀ ਪੜ੍ਹਾਈ ਦੀ ਗੱਲ ਕਰੀਏ, ਮੈਂ ਅੰਬਾਲੇ ਵਿਖੇ ਹੀ ਏਐਸ ਹਾਇਰ ਸੈਕੰਡਰੀ ਸਕੂਲ ਵਿੱਚੋਂ ਆਪਣੀ ਮੁੱਢਲੀ ਵਿੱਦਿਆ ਲਈ ਔਰ ਉੱਥੋਂ ਹਾਇਰ ਸੈਕੰਡਰੀ ਦੀ ਜਿਹੜੀ ਹੈ ਸੀ ਪੜ੍ਹਾਈ ਉੱਥੋਂ ਪਾਸ ਕਰਨ ਤੋਂ ਬਾਅਦ ਡੀਏਵੀ ਕਾਲਜ ਅੰਬਾਲਾ ਸਿਟੀ ਜਿਹੜਾ ਲਾਹੌਰ ਤੋਂ ਆ ਕੇ ਅੰਬਾਲੇ ਸ਼ਹਿਰ ਵਿਖੇ ਸਥਾਪਿਤ ਹੋਇਆ ਸੀ, ਉੱਥੋਂ ਪ੍ਰੀ ਇੰਜੀਨੀਅਰਿੰਗ ਕੀਤੀ। ਪ੍ਰੀ ਇੰਜੀਨੀਅਰਿੰਗ ਦੀ ਵਿੱਦਿਆ ਡੀਏਵੀ ਕਾਲਜ ਲਾਹੌਰ ਤੋਂ ਪਾਸ ਕਰਨ ਤੋਂ ਬਾਅਦ ਮੈਨੂੰ ਆਰਾਮ ਨਾਲ ਬੜੇ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪਟਿਆਲਾ ਵਿਖੇ ਆਰਾਮ ਨਾਲ ਇੱਕ ਬੈਸਟ ਡਿਸਪਲਿਨ ਜਿਹੜਾ ਮਕੈਨੀਕਲ ਇੰਜੀਨੀਅਰਿੰਗ ਹੈ ਉਸ ਵਿੱਚ ਐਡਮਿਸ਼ਨ ਮਿਲ ਗਈ 1965 ਵਿੱਚ। ਔਰ 1969 ਵਿੱਚ ਮੈਂ ਬੜੇ ਅੱਛੇ ਨੰਬਰਾਂ ਨਾਲ ਮੇਰੀ ਡਿਗਰੀ ਤੇ ਫਸਟ ਆਨਰਸ ਡਿਵੀਜ਼ਨ ਲਿਖਿਆ ਹੋਇਆ ਤੇ ਮੈਂ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਜਿਹੜੀ ਹੈ ਹਾਸਲ ਕੀਤੀ 1969 ਵਿੱਚ। ਤੇ ਇਸ ਤਰ੍ਹਾਂ ਇਹ ਹੈ ਮੇਰੇ ਬਚਪਨ ਦੀ ਪੜ੍ਹਾਈ ਦਾ। ਡੀਐਮ ਸਿੰਘ ਜੀ, ਇਹ ਤਾਂ ਹੋਈ ਤੁਹਾਡੀ ਸਿੱਖਿਆ ਦੀ ਗੱਲ। ਸਿੱਖਿਆ ਤੋਂ ਬਾਅਦ ਇੱਕ ਅਹਿਮ ਸਵਾਲ ਖੜਾ ਹੁੰਦਾ ਹੈ ਕਰੀਅਰ ਦਾ, ਨੌਕਰੀ ਦਾ। ਇਹ ਤੁਹਾਡੀ ਯਾਤਰਾ ਕਿਹੋ ਜਿਹੀ ਸੀ? ਮੇਰੇ ਅਕੈਡਮਿਕ ਰਿਕਾਰਡ ਕਰਕੇ ਮੈਨੂੰ ਨੌਕਰੀ ਲੈਣ ਵਿੱਚ ਕੋਈ ਅਸੁਵਿਧਾ ਜਾਂ ਕੋਈ ਦਿੱਕਤ ਨਹੀਂ ਆਈ। ਮੇਰੀ ਸਿਲੈਕਸ਼ਨ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਵਿੱਚ ਵੀ ਐਜ਼ ਅਸਿਸਟੈਂਟ ਇੰਜੀਨੀਅਰ ਹੋ ਗਈ। ਮੇਰੀ ਸਿਲੈਕਸ਼ਨ ਐਸਕॉर्ट्स ਲਿਮਟਿਡ ਦੇ ਏਜੰਸੀ ਸੇਲਸ ਡਿਵੀਜ਼ਨ 'ਚ ਵੀ ਹੋ ਗਈ, ਪਰ ਮੈਂ ਉਸ ਨੂੰ ਜੁਆਇਨ ਕਰਨਾ ਬਿਹਤਰ ਸਮਝਿਆ ਐਸਕॉर्ट्स ਲਿਮਟਿਡ ਨੂੰ। 2-3 ਸਾਲ ਮੈਂ ਇਸ ਤਰ੍ਹਾਂ ਐਸਕॉर्ट्स ਔਰ ਉਹਨਾਂ ਦੀ ਸਬਸਿਡਰੀਜ਼ ਵਿੱਚ ਕੰਮ ਕਰਨ ਤੋਂ ਬਾਅਦ ਮੈਂ
ਸੈਟਲ ਹੋ ਗਿਆ ਪੰਜਾਬ ਗਵਰਨਮੈਂਟ ਦੀ ਜਾਬ 'ਚ। ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਜਿਹੜੀ ਪੰਜਾਬ ਸਰਕਾਰ ਦਾ ਹੀ ਅਦਾਰਾ ਹੈ, ਉਸ ਵਿੱਚ ਮੈਂ ਅਸਿਸਟੈਂਟ ਮੈਨੇਜਰ ਦੇ ਤੌਰ ਤੇ ਤਾਇਨਾਤ ਹੋ ਗਿਆ ਬੜੇ ਆਰਾਮ ਨਾਲ। ਔਰ ਉੱਥੇ ਹੀ ਮੈਂ 33 ਸਾਲ ਆਪਣੀ ਜ਼ਿੰਦਗੀ ਦਾ ਜਿਹੜਾ ਮੇਨ ਟਾਈਮ ਸੀ ਨੌਕਰੀ ਦਾ ਉੱਥੇ ਕੀਤਾ। ਔਰ ਉੱਥੇ ਮੈਨੂੰ ਬਹੁਤ ਪ੍ਰਮੋਸ਼ਨ ਮਿਲੀਆਂ। ਅਸਿਸਟੈਂਟ ਮੈਨੇਜਰ ਤੋਂ ਬਾਅਦ ਮੈਂ ਡਿਪਟੀ ਜਨਰਲ ਮੈਨੇਜਰ ਬਣਿਆ, ਡਿਪਟੀ ਮੈਨੇਜਰ ਬਣਿਆ, ਫਿਰ ਡਿਪਟੀ ਜਨਰਲ ਮੈਨੇਜਰ ਬਣਿਆ, ਪ੍ਰੋਜੈਕਟ ਆਫਸਰ ਬਣਿਆ, ਫਿਰ ਮੈਂ ਸੀਨੀਅਰ ਡਿਪਟੀ ਜਨਰਲ ਮੈਨੇਜਰ ਬਣਿਆ, ਜਨਰਲ ਮੈਨੇਜਰ ਬਣਿਆ, ਫਿਰ ਚੀਫ ਜਨਰਲ ਮੈਨੇਜਰ ਬਣਿਆ। ਸੋ ਮੈਂ 2006 ਮਾਰਚ ਵਿੱਚ ਉੱਥੋਂ ਆਨਰੇਬਲੀ ਚੀਫ ਜਨਰਲ ਮੈਨੇਜਰ ਦੇ ਅਹੁਦੇ ਤੋਂ ਚੰਡੀਗੜ੍ਹ ਉਦਯੋਗ ਭਵਨ 'ਚੋਂ ਰਿਟਾਇਰ ਹੋਇਆ, ਸੇਵਾ ਮੁਕਤ ਹੋਇਆ। ਤੇ ਮੈਂ ਖੁਸ਼ੀ ਨਾਲ ਕਹਿ ਸਕਦਾ ਕਿ ਮੈਂ ਜਿਸ ਵੀ ਪਦ ਤੇ ਤਾਇਨਾਤ ਰਿਹਾ, ਮੈਂ ਉੱਥੇ ਆਪਣੇ ਜਿਹੜੀ ਅਕੈਡਮਿਕਸ ਸਨ, ਆਪਣਾ ਤਜਰਬਾ ਸੀ, ਆਪਣੀ ਸੋਚ ਸੀ, ਆਪਣੇ ਮਾਂ-ਬਾਪ ਵੱਲੋਂ ਦਿੱਤੀ ਸੂਝ ਸੀ, ਮੈਂ ਆਪਣੇ ਈਥੋਸ ਜਾਂ ਆਪਣੇ ਸੰਸਕਾਰ ਉਹਨਾਂ ਦੀ ਆਹੂਤੀ ਨਹੀਂ ਦਿੱਤੀ। ਆਪਣੇ ਅਸੂਲਾਂ ਨੂੰ ਇੱਕ ਇਹ ਨਹੀਂ ਕਿ ਮੈਂ ਰਿਜਿਡ ਰਹਿ ਕੇ ਕੁਝ ਨਹੀਂ ਕੀਤਾ ਜਾ ਸਕਦਾ ਸਮਾਜ 'ਚ, ਪਰ ਫਲੈਕਸੀਬਿਲਿਟੀ ਦੀਆਂ ਵੈਲ ਡਿਫਾਈਨਡ ਲਿਮਿਟਸ ਦੇ ਵਿੱਚ ਰਹਿ ਕੇ ਮੈਂ ਨੌਕਰੀ ਕੀਤੀ ਹੈ। ਇੱਕ ਹੋਰ ਗੱਲ ਹੈ ਕਿ ਕਹਿੰਦੇ ਨੇ ਕਿ ਜਦੋਂ ਇਨਸਾਨ ਤੇ ਉਹਦੇ ਖਿਆਲ ਇੱਕਮਿਕ ਹੁੰਦੇ ਨੇ ਤਾਂ 35 ਦੇ 35 ਅੱਖਰ ਉਹਨਾਂ ਦੇ ਆਲੇ ਦੁਆਲੇ ਘੁੰਮਣ ਲੱਗ ਪੈਂਦੇ ਨੇ, ਕਵਿਤਾ ਜਨਮ ਲੈਂਦੀ ਹੈ ਜਾਂ ਅੰਦਰਲਾ ਲੇਖਕ ਜਾਗਦਾ ਹੈ। ਤੁਹਾਡੇ ਨਾਲ ਇਹ ਕਦੋਂ ਹੋਇਆ? ਦੇਖੋ, ਲਿਖਦਾ ਤਾਂ ਮੈਂ ਸ਼ੁਰੂ ਤੋਂ ਹਾਂ, ਬਚਪਨ ਤੋਂ, ਪਰ ਮੈਂ ਪਬਲਿਸ਼ ਕਰਾਉਣ ਬਾਰੇ ਕਦੇ ਇਤਨਾ ਜ਼ਿਆਦਾ ਅਗਰਸਰ ਨਹੀਂ ਹੋਇਆ ਉਦੋਂ ਤੱਕ ਜਦ ਤੱਕ ਕਿ ਜਸਟਿਸ ਪ੍ਰੀਤਮ ਸਿੰਘ ਸਫੀਰ ਜੀ ਮੈਨੂੰ ਇੱਕ ਅਚਾਨਕ ਕਿਸੇ ਲੰਚ ਤੇ ਮਿਲੇ, ਜਿਹੜੇ ਕਿ ਬਹੁਤ ਐਮੀਨੈਂਟ ਰਾਈਟਰ ਸਨ, ਅੰਮ੍ਰਿਤਾ ਪ੍ਰੀਤਮ ਜੀ ਦੇ ਕੰਟੈਂਪਰੇਰੀ ਸਨ। ਤੋ ਉਹਨਾਂ ਨਾਲ ਮੁਲਾਕਾਤ ਤੇ ਉਹਨਾਂ ਨੇ ਮੇਰੇ ਨਾਲ 2 ਮਿੰਟ ਦੇ ਇੰਟਰੈਕਸ਼ਨ ਵਿੱਚ ਹੀ ਇਹ ਭਾਂਪ ਲਿਆ ਸ਼ਾਇਦ ਕਿ ਇਹ ਕਵੀ ਦਾ ਹਿਰਦਾ ਹੈ, ਤੇ ਮੈਨੂੰ ਪੁੱਛਿਆ ਕਿ ਬੇਟਾ ਤੁਸੀਂ ਕਵਿਤਾ ਕਰਦੇ ਹੋ? ਮੈਂ ਦੱਸਿਆ ਕਿ ਹਾਂ ਕਵਿਤਾ ਕਰਦਾ, ਪਰ ਤੁਸੀਂ ਕਿਸ ਤਰ੍ਹਾਂ? ਉਹ ਕਹਿਣ ਲੱਗੇ ਮੈਨੂੰ ਬੜੀ ਜ਼ਿੰਦਗੀ ਦਾ ਤਜਰਬਾ ਹੈ, ਸੋ ਤੁਸੀਂ ਮੈਨੂੰ ਆਪਣੀਆਂ ਕਵਿਤਾਵਾਂ ਸੁਣਾਓ। ਸਟਨ ਹਾਊਸ ਵਿੱਚ ਉਹ ਠਹਿਰੇ ਹੋਏ ਸਨ। ਉਹ ਸੁਣਾਉਣ ਤੋਂ ਬਾਅਦ ਉਹਨਾਂ ਨਾਲ ਇਤਨੀ ਅਫੈਕਸ਼ਨੇਟ ਬੌਂਡ ਬਣ ਗਿਆ ਕਿ ਉਹਨਾਂ ਨੇ ਮੇਰੀਆਂ ਕਵਿਤਾਵਾਂ ਨੂੰ ਜਨ ਸਾਹਿਤ, ਜਿਹੜਾ ਲੈਂਗੁਏਜ ਡਿਪਾਰਟਮੈਂਟ ਦਾ ਰਸਾਲਾ ਛਪਦਾ, ਉਹਨਾਂ ਨੂੰ ਭੇਜਤੀਆਂ ਛਪਣ ਵਾਸਤੇ। ਉਹਨਾਂ ਨੇ ਮੇਰੀ ਇਜਾਜ਼ਤ ਔਰ ਮੇਰੇ ਤੋਂ ਸਰਟੀਫਿਕੇਟ ਲੈ ਕੇ ਛਾਪੀਆਂ, ਤੇ ਉਸ ਤੋਂ ਬਾਅਦ ਸਫੀਰ ਸਾਹਿਬ ਨੇ ਮੇਰੀਆਂ ਨਜ਼ਮਾਂ ਦਾ ਜਿਹੜਾ ਐਸੀ ਸਾਰਾ ਸੈੱਟ ਮੇਰੇ ਕੋਲੋਂ ਮੰਗਾਇਆ ਤੇ ਮੈਨੂੰ ਕਿਹਾ ਕਿ ਛਪਣਾ ਮੰਗਦੀਆਂ ਨੇ, ਤੁਸੀਂ ਇਹਨਾਂ ਨੂੰ ਪਬਲਿਸ਼ ਕਰਾਓ। ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਫੋਰਵਰਡ ਲਿਖੋਗੇ ਤਾਂ ਛਪਾਂਗੇ। ਸੋ ਮੇਰੀ ਪਹਿਲੀ ਪੋਇਟਰੀ ਦੀ ਕਿਤਾਬ ਪ੍ਰੀਤ ਦੀ ਲੋਰ ਪਬਲਿਸ਼ ਹੋਈ। ਕਾਵਿ ਸੰਗ੍ਰਹਿ ਤੋਂ ਬਾਅਦ ਮੇਰਾ ਕਹਾਣੀ ਸੰਗ੍ਰਹਿ ਜੀਵਨਦੀਪ 2005 ਵਿੱਚ ਆਇਆ, ਤੇ ਕਹਾਣੀ ਸੰਗ੍ਰਹਿ ਕਾਫੀ ਸਲਾਹਿਆ ਗਿਆ। ਤੇ ਇਸ ਤੋਂ ਬਾਅਦ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਬਲਿਸ਼ਡ ਕਹਾਣੀ ਸੰਗ੍ਰਹਿਾਂ, ਕਈ ਕਹਾਣੀ ਸੰਗ੍ਰਹਿ ਔਰ ਕਾਵਿ ਸੰਗ੍ਰਹਿਾਂ ਵਿੱਚ ਮੇਰੀਆਂ ਕਹਾਣੀਆਂ ਔਰ ਮੇਰੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ। ਹੋਰ ਕਈ ਇਸ ਤਰ੍ਹਾਂ ਦੀਆਂ ਦੂਸਰੇ ਹੋਰ ਪਬਲਿਸ਼ਰਸ ਨੇ ਬੁੱਕਸ ਪਬਲਿਸ਼ ਕੀਤੀਆਂ, ਜਿਸ ਵਿੱਚ ਮੇਰੀਆਂ ਮਿੰਨੀ ਕਹਾਣੀਆਂ ਜਿਹੜੀਆਂ ਨੇ ਔਰ ਕਹਾਣੀਆਂ ਜਿਹੜੀਆਂ ਨੇ ਸ਼ਾਮਿਲ ਕੀਤੀਆਂ ਗਈਆਂ। ਇੱਕ ਉਸ ਤੋਂ ਬਾਅਦ ਮੈਂ ਪੁਸਤਕਾਂ ਲਿਖੀ ਨਸ਼ਿਆਂ ਦੇ ਖਿਲਾਫ, ਝੂਠਾ ਮਦ ਮੂਲ ਨਾ ਪੀਚਈ, ਔਰ ਉਹ ਪੁਸਤਕ ਜਿਹੜਾ ਗੁਰਮਤ ਆਧਾਰਿਤ ਜਿਹੜੇ ਉਸ ਵਿੱਚ ਹੈ ਨੇ ਲੇਖ, ਜਿਹੜੇ ਕਿ ਇਹ ਸਾਨੂੰ ਸਿੱਖਿਆ ਦਿੰਦੇ ਨੇ ਕਿ ਨਸ਼ੇ ਅੱਛੀ ਚੀਜ਼ ਨਹੀਂ। ਇਸੇ ਤਰ੍ਹਾਂ ਜਦੋਂ ਮੈਂ ਅਖਬਾਰਾਂ ਵਿੱਚ ਔਰ ਜਰਨਲਸ ਵਿੱਚ ਲਿਖਣਾ ਸਮਾਜਿਕ ਵਿਸ਼ਿਆਂ ਤੇ ਔਰ ਸੇਧ ਪ੍ਰਦਾਨ ਕਰਨ ਵਾਲੇ ਜਿਹੜੇ ਸਮਾਜਿਕ ਈਥੋਸ ਔਰ ਸਮਾਜਿਕ ਜਿਹੜੀਆਂ ਈਵਲਸ ਨੇ ਉਹਨਾਂ ਤੇ ਨਾਲ ਸੰਬੰਧਿਤ ਲੇਖ ਮੇਰੇ ਜਿਹੜੇ ਨੇ ਛਪੇ ਹਨ, ਤੇ ਮੈਨੂੰ ਉਦੋਂ ਖੁਸ਼ੀ ਹੁੰਦੀ ਹੈ ਕਿ ਜਦੋਂ ਪਾਠਕਾਂ ਦੇ ਫੋਨ ਆਉਂਦੇ ਹਨ। ਮੈਂ ਔਰ ਡਾਕਟਰ ਇੰਜੀਨੀਅਰ ਡੀ.ਐਮ. ਸਿੰਘ ਇਕੱਠੇ ਬੈਠਦੇ ਹਾਂ, ਇਹਨਾਂ ਕੋਲ ਬੜੀਆਂ ਕੋਮਲ ਕਵਿਤਾ ਸੁਣਦੇ ਹਾਂ। ਜਿਸ ਤਰ੍ਹਾਂ ਦੋ ਪੰਛੀ ਬੈਠੇ ਸੀ, ਇਹਨਾਂ ਨੇ ਲਿਖਿਆ ਸੀ ਦਿਲ ਗੁਆਚੇ ਸੀ ਅੱਖਾਂ ਚਾਰ ਸੀ। ਇਹ ਆਪਣੀ ਉਡਾਰੀ ਜਿਹੜੀ ਆ ਕੋਮਲਤਾ ਦੀ ਵਾਰਸ਼ਾ ਤੱਕ ਲੈ ਜਾਂਦੇ ਨੇ। ਵਾਰਸ਼ਾ ਨਾ ਥਾਂ ਦਮ ਮਾਰਨੇ ਦੀ ਚਾਰ ਚਸ਼ਮ ਦੀ ਜਦੋਂ ਕਮਸਾਨ ਹੋਈ। ਡੀ.ਐਮ. ਸਿੰਘ ਜੀ ਕਿਸੇ ਵੀ ਰਚਨਾਕਾਰ ਨੂੰ ਹੱਲਾਸ਼ੇਰੀ ਦਿੰਦੇ ਨੇ ਅਵਾਰਡਸ ਔਰ ਉਹਦੇ ਪਾਠਕਾਂ ਵੱਲੋਂ ਮਿਲਣ ਵਾਲਾ ਰਿਵਿਊ। ਤੁਹਾਡਾ ਇਹ ਕਿਹੋ ਜਿਹਾ ਐਕਸਪੀਰੀਅੰਸ ਹੈ, ਕਿਹੋ ਜਿਹੇ ਅਵਾਰਡਸ ਤੁਹਾਨੂੰ ਮਿਲੇ ਨੇ? ਮੈਂ ਸਮਝਦਾ ਕਿ ਅਵਾਰਡਸ ਤੇ ਬੜੇ ਵੱਡੇ ਅਵਾਰਡ ਗਰਦਾਨੇ ਜਾਂਦੇ ਨੇ, ਪਰ ਮੈਂ ਅੱਜ ਤੱਕ ਕਦੇ ਵੀ ਇਸ ਦੌੜ ਵਿੱਚ ਨਹੀਂ ਰਿਹਾ। ਭਾਵੇਂ ਠੀਕ ਹੈ, ਮੈਨੂੰ ਹਾਲ ਹੀ ਵਿੱਚ ਸਾਈਂ ਮੀਆਂ ਮੀਰ ਟਰਸਟ ਦਿੱਲੀ ਵੱਲੋਂ ਸੰਤਾ ਸਿੰਘ ਆਜ਼ਿਜ਼ ਅਵਾਰਡ ਦਿੱਤਾ ਮੇਰੀਆਂ ਲਿਖਤਾਂ ਕਰਕੇ। ਹੋਰ ਹੀ ਅਵਾਰਡ ਜਿਹੜੇ ਨੇ
ਮਿਲੇ ਨੇ, ਪਿੱਛੇ ਲੱਗੇ ਨੇ ਕਾਫੀਆਂ ਸੰਸਥਾਵਾਂ ਨੇ। ਪਰ ਮੈਂ ਤੁਹਾਨੂੰ ਦੱਸਾਂ ਕਿ ਇਹ ਅਵਾਰਡ ਜਿਹੜੇ ਨੇ ਅਵਾਰਡ ਨਹੀਂ, ਮੇਰੀ ਨਜ਼ਰ ਵਿੱਚ ਅਸਲ ਅਵਾਰਡ ਜਿਹੜਾ ਇਹ ਹੈ ਕਿ ਜਦੋਂ ਤੁਸੀਂ ਕੁਝ ਲਿਖਦੇ ਹੋ, ਉਹ ਛਪਦਾ ਹੈ, ਉਸ ਨੂੰ ਪੜ੍ਹ ਕੇ ਜਿਹੜੀ ਤੁਹਾਨੂੰ ਸਹੀ ਪਾਠਕਾਂ ਦੀ ਪਸੰਦਗੀ ਦੇ ਫੋਨ ਆਉਂਦੇ ਨੇ ਨਾ, ਜਿਹੜੀ ਤੁਹਾਡੀ ਰੀਡਰ ਫੈਨ ਮੇਲ ਹੈ, ਉਹ ਅਸਲੀ ਅਵਾਰਡ ਨੇ ਜੀ। ਮੇਰੇ ਕਾਵ ਸੰਗ੍ਰਹਿ ਛਪਿਆ, ਡਾਕਟਰ ਜਸਵੰਤ ਸਿੰਘ ਜੀ ਨੇਕੀ, ਉਹਨਾਂ ਨੂੰ ਮੈਂ ਪੁਸਤਕ ਭੇਜੀ, ਉਹਨਾਂ ਦੀ ਚਿੱਠੀ ਆਈ ਜਿਸ ਉਹਨਾਂ ਨੇ ਲਿਖਿਆ ਕਿ ਤੁਹਾਡੀ ਪੁਸਤਕ ਪੜ੍ਹੀ ਮਨ ਗਦਗਦ ਹੋ ਗਿਆ। ਅਕਬਰ ਇਲਾਹਾਬਾਦੀ ਦਾ ਇੱਕ ਸ਼ੇਰ याद आ गया, रकीबों ने रपट जाकर लिखाई है ये थाने में कि अकबर नाम अल्लाह का है लेता इस ज़माने में। सो ਉਹ ਮੇਰੇ ਵਾਸਤੇ ਸਭ ਤੋਂ ਵੱਡਾ ਅਵਾਰਡ ਸੀ। ਇੰਜੀਨੀਅਰ ਡੀਐਮ ਸਿੰਘ ਜੀ, ਹੁਣ ਜਾਨਣਾ ਚਾਹਾਂਗੀ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ। रीमा जी, मेरी शादी, मेरा आनंद कारज 11 फरवरी 1979 ਨੂੰ ਬੀਬੀ ਦਲਜੀਤ ਕੌਰ ਨਾਲ ਸੰਪੰਨ ਹੋਇਆ। ਮੈਂ ਸੁਭਾਗਾ ਕਿ ਮੈਨੂੰ ਇਹੋ ਜਿਹਾ ਸਾਥੀ ਮਿਲਿਆ। ਉਹ ਬਹੁਤ ਅੱਛੀ ਪੜ੍ਹੀ ਲਿਖੀ ਇੰਟੈਲੀਜੈਂਟ ਮੇਰੀ ਪਾਰਟਨਰ ਹੈ ਔਰ ਮੇਰੇ ਨਾਲ ਮੋਢਾ ਡਾ ਕੇ ਹਰ ਹਾਲਾਤ ਵਿੱਚ ਮੇਰੇ ਨਾਲ ਹੈ। ਸਾਡੀ ਸ਼ਾਦੀ 1979 ਵਿੱਚ ਹੋਈ ਹੈ ਤੇ ਇਹ 37 ਸਾਲ ਦਾ ਸਫ਼ਰ ਬਹੁਤ ਖੁਸ਼ਗਵਾਰ ਬੀਤਿਆ ਤੇ ਮੈਂ ਇਹ ਕਹਾਂਗੀ ਕਿ ਹੀ ਇਜ਼ ਮਾਈ ਬੈਸਟ ਫਰੈਂਡ। ਸਾਡਾ ਸਾਰਾ ਜੀਵਨ ਬੜਾ ਫਰੈਂਡਲੀ ਰਿਲੇਸ਼ਨਸ਼ਿਪ ਰਿਹਾ ਅੱਜ ਤੱਕ। ਸ਼ਾਇਦ ਜ਼ਿੰਦਗੀ 'ਚ 37 ਸਾਲਾਂ 'ਚ ਮੈਨੂੰ ਕਦੀ ਇਹ ਨਹੀਂ ਕਹਿਣਾ ਪਿਆ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ। ਮੇਰੇ ਕਹਿਣ ਤੋਂ ਪਹਿਲਾਂ ਹੀ ਉਹ ਚੀਜ਼ ਘਰ ਪਹੁੰਚ ਜਾਂਦੀ ਹੈ। ਹਾਂ, ਇਹ ਕਹਾਂਗੀ ਕਿ ਹੀ ਇਜ਼ ਅ ਵੈਰੀ ਸਟ੍ਰਿਕਟ ਡਿਸਪਲਿਨੇਰੀਅਨ ਵਿਚ ਇਜ਼ ਗੁੱਡ ਆਲਸੋ। ਇੱਕ ਬੰਦਾ ਲਿਬਰਲ ਹੋਵੇ ਤੇ ਇੱਕ ਥੋੜਾ ਸਟ੍ਰਿਕਟ ਡਿਸਪਲਿਨੇਰੀਅਨ ਹੋਵੇ ਤੇ ਸ਼ਾਇਦ ਜ਼ਿੰਦਗੀ ਬਹੁਤ ਅੱਛੀ ਬੀਤਦੀ ਹੈ। ਉਹਨਾਂ ਦੀਆਂ ਰਚਨਾਵਾਂ ਬਾਰੇ ਮੈਂ ਉਹਨਾਂ ਦੀ ਫਸਟ ਰੀਡਰ ਹਾਂ ਤੇ ਫਸਟ ਕ੍ਰਿਟਿਕ। ਮੇਰੇ 2 ਬੱਚੇ ਨੇ ਜੀ, ਇੱਕ ਬੇਟਾ ਇੱਕ ਬੇਟੀ। ਬੇਟਾ ਡਾਕਟਰ ਭਜਨਦੀਪ ਸਿੰਘ ਡੈਂਟਿਸਟ ਡਾਕਟਰ ਹੈ, ਉਸ ਦੀ ਸ਼ਾਦੀ ਹੋ ਚੁੱਕੀ ਹੈ। ਉਸ ਦੀ ਸਾਥਣ ਵੀ ਜਿਹੜੀ ਹੈ ਡਾਕਟਰ ਗੁਰਵੀਨ ਕੌਰ, ਉਹ ਵੀ ਡੈਂਟਿਸਟ ਡਾਕਟਰ ਹੈ। ਉਹਨਾਂ ਦੀ ਇੱਕ ਬੇਟੀ ਹੈ ਛੋਟੀ ਜਿਹੜੀ ਸਕੂਲਿੰਗ ਕਰ ਰਹੀ ਹੈ, ਕੋਈ 3.5 ਸਾਲ ਦੀ ਹੈ, ਅਰਸ਼ਨੂਰ ਕੌਰ। I am a very proud son of a very nice and very experienced father and a very learned father, ਜਿੱਥੇ ਕਿ ਇਸ ਮੁੱਢਲੀ ਸਿੱਖਿਆ ਸਾਨੂੰ ਇਹ ਦਿੱਤੀ ਗਈ ਕਿ ਧਰਮ ਦੇ ਆਧਾਰ ਤੇ ਸੱਚਾਈ ਦੇ ਆਧਾਰ ਤੇ ਜੀਵਨ ਨੂੰ ਜੀਣਾ ਹੈ। ਸਾਨੂੰ ਛੋਟੇ ਹੁੰਦਿਆਂ ਤੋਂ ਹੀ ਸੱਚਾਈ ਦੇ ਮਾਰਗ ਤੇ ਚੱਲਣਾ ਸਿਖਾਇਆ ਗਿਆ। ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਗਏ, ਸਾਡਾ ਇਹ ਵਿਸ਼ਵਾਸ ਹੋਰ ਪੱਕਾ ਹੁੰਦਾ ਗਿਆ ਕਿ ਜੇ ਅਸੀਂ ਧਰਮ ਦੇ ਆਧਾਰ ਤੇ ਆਪਣੇ ਜੀਵਨ ਨੂੰ ਜੀਵਾਂਗੇ ਤੇ ਸਾਡੇ ਰਿਜ਼ਲਟਸ ਪੋਜ਼ਿਟਿਵ ਆਉਣਗੇ। ਮੈਂ ਆਪਣੀ ਪ੍ਰੋਫੈਸ਼ਨਲ ਲਾਈਫ 'ਚ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ, ਕੋਈ ਵੀ ਕਾਨਫਰੰਸ 'ਤੇ ਜਾਣਾ ਹੁੰਦਾ ਹੈ, ਕੋਈ ਵੀ ਨਵੀਂ ਮਸ਼ੀਨ ਐਡ ਕਰਨੀ ਹੁੰਦੀ ਹੈ ਤੇ ਆਪਣੇ ਫਾਦਰ ਨਾਲ ਜ਼ਰੂਰ ਡਿਸਕਸ ਕਰਦਾ ਹਾਂ। ਕਿਉਂਕਿ ਮੈਨੂੰ ਪਤਾ ਹੁੰਦਾ ਹੈ ਕਿ ਜਿਹੜਾ ਇਹਨਾਂ ਦਾ ਜੀਵਨ ਦਾ ਐਕਸਪੀਰੀਅੰਸ ਹੈ, ਮੈਂ ਉਹਦੇ ਤੋਂ ਮਦਦ ਲੈ ਕੇ ਹਮੇਸ਼ਾ ਸਹੀ ਡਿਸੀਜਨ ਲਾਂ। ਥੈਂਕ ਯੂ ਪਾਪਾ, ਜਿਹੜੀਆਂ ਵੀ ਚੀਜ਼ਾਂ ਤੁਸੀਂ ਸਾਨੂੰ ਸਿਖਾਈਆਂ ਅਸੀਂ ਉਹਨਾਂ 'ਤੇ ਚੱਲਣ ਦੇ ਪੂਰੀ ਕੋਸ਼ਿਸ਼ ਕਰਾਂਗੇ ਤੇ ਹਮੇਸ਼ਾ ਇਹ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਸਿਰ, ਤੁਹਾਡੀ ਸ਼ਾਨ ਹਮੇਸ਼ਾ ਸਾਡੇ ਕਰਕੇ ਵਧੇ। ਜਦੋਂ ਦੀ ਮੈਂ ਇਸ ਘਰ 'ਚ ਵਿਆਹ ਕੇ ਆਈ ਹਾਂ, ਮੈਨੂੰ ਆਪਣੇ ਪਾਪਾ ਦੀ ਕਮੀ ਕਦੀ ਵੀ ਮਹਿਸੂਸ ਨਹੀਂ ਹੋਈ। ਇਹਨਾਂ ਦਾ ਸੁਭਾਅ ਬਹੁਤ ਹੀ ਸਪੋਰਟਿਵ ਹੈ। ਪ੍ਰੋਫੈਸ਼ਨਲ ਤੇ ਪਰਸਨਲ ਦੋਵੇਂ ਜ਼ਿੰਦਗੀਆਂ ਵਿੱਚ ਜਦੋਂ ਵੀ ਮੈਨੂੰ ਕੋਈ ਵੀ ਜ਼ਰੂਰਤ ਮਹਿਸੂਸ ਹੋਈ ਹੈ, ਇਹ ਹਮੇਸ਼ਾ ਇਹਨਾਂ ਨੇ ਸਾਡੀ ਸਪੋਰਟ ਕੀਤੀ ਹੈ। ਲਾਈਫ ਵਿੱਚ ਕਦੀ ਵੀ ਸਾਨੂੰ ਪ੍ਰੋਬਲਮ ਕੋਈ ਆਈ ਹੈ, ਇਹ ਹਮੇਸ਼ਾ ਸਾਡੇ ਨਾਲ ਖੜੇ ਹੋਏ ਨੇ ਤੇ ਇਹਨਾਂ ਦੀ ਸਲਾਹ ਦੇ ਨਾਲ ਹੀ ਅਸੀਂ ਹਮੇਸ਼ਾ ਚੱਲਦੇ ਹਾਂ ਤੇ ਹਮੇਸ਼ਾ ਅਸੀਂ ਇਹ ਫੀਲ ਕਰਦੇ ਹਾਂ ਕਿ ਸਾਡੀ ਪ੍ਰੋਬਲਮ ਬਹੁਤ ਜਲਦੀ ਸੋਲਵ ਹੋ ਜਾਂਦੀ ਹੈ। ਆਈ ਐਮ ਰੀਅਲੀ ਪ੍ਰਾਊਡ ਆਫ ਹਿਮ। ਮੇਰੀ ਬੇਟੀ ਜਸਦੀਪ ਕੌਰ, ਉਹ ਅਸਿਸਟੈਂਟ ਪ੍ਰੋਫੈਸਰ ਹੈ ਕਾਲਜ ਆਫ ਐਜੂਕੇਸ਼ਨ 'ਚ। ਉਸ ਦੀ ਇੱਕ ਬੇਟੀ ਹੈ ਜਿਹੜੀ ਕਿ ਸਕੂਲਿੰਗ 'ਚ ਹੈ, ਸਿਮਰਨੂਰ ਕੌਰ। ਆਪਣੇ ਪਾਪਾ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਮੈਨੂੰ ਇੱਕ ਛੋਟੀ ਜਿਹੀ ਸਟੋਰੀ ਯਾਦ ਆ ਗਈ। ਇੱਕ ਵਾਰ ਇੱਕ ਛੋਟੀ ਜਿਹੀ ਕੁੜੀ ਆਪਣੇ ਫਾਦਰ ਨਾਲ ਜਾ ਰਹੀ ਹੁੰਦੀ ਹੈ ਤੇ ਅੱਗੇ ਇੱਕ ਬ੍ਰਿਜ ਆਉਂਦਾ ਹੈ, ਪੁਲ ਆ ਜਾਂਦਾ ਹੈ ਤੇ ਉਸਦੇ ਪਾਪਾ ਉਹਨੂੰ ਕਹਿੰਦੇ ਨੇ ਕਿ ਬੇਟਾ ਤੂੰ ਮੇਰਾ ਹੱਥ ਪਕੜ ਲੈ। ਤੇ ਉਹ ਕਹਿੰਦੀ ਨਹੀਂ ਪਾਪਾ, ਤੁਸੀਂ ਮੇਰਾ ਹੱਥ ਪਕੜ ਲਓ। ਤੇ ਉਹ ਕਹਿੰਦਾ ਕਿ ਇੱਕੋ ਹੀ ਗੱਲ ਹੈ। ਕਹਿੰਦੀ ਨਹੀਂ, ਹੋ ਸਕਦਾ ਮੈਂ ਤੁਹਾਡਾ ਹੱਥ ਛੋੜਦਾ, ਮਗਰ ਮੈਨੂੰ ਇਹ ਪਤਾ ਹੈ ਕਿ ਜੇ ਤੁਸੀਂ ਮੇਰਾ ਹੱਥ ਪਕੜ ਲਿਆ ਤੇ ਮੈਨੂੰ ਕੁਝ ਨਹੀਂ ਹੋ ਸਕਦਾ। ਸੋ I don't have words to express my love for my father. He's my father, he's my friend, he's my mentor, he's my support, he's my lifeline. I can't think of life without my father. My Nana ji is the best. I love you Nana ji. I love you Dada ji. ਡੀਐਮ ਸਿੰਘ ਜੀ, ਰਿਟਾਇਰਮੈਂਟ ਤੋਂ ਬਾਅਦ ਹੁਣ ਤੁਹਾਡੇ ਕੀ ਰੁਝੇਵੇਂ ਨੇ? ਮੈਂ ਤੁਹਾਨੂੰ ਸੱਚੀ ਦੱਸਾਂ ਤੇ ਮੈਂ ਅੱਜ ਤੱਕ ਸੇਵਾ ਮੁਕਤੀ ਤੋਂ ਬਾਅਦ 1 ਮਿੰਟ ਵੀ ਵਿਹਲਾ ਨਹੀਂ ਬੈਠਿਆ। ਮੈਂ ਆਪਣੇ ਘਰ ਗ੍ਰਸਤੀ ਦੀਆਂ ਵੀ
ਪੂਰੀਆਂ ਜ਼ਿੰਮੇਵਾਰੀਆਂ ਸ਼ੋਲਡਰ ਕਰਦਾ। ਮੈਂ ਹੁਣ ਤੁਸੀਂ ਦੇਖੋ ਬਈ ਕਸਟਮ ਕਮਿਸ਼ਨਰੇਟ ਲੁਧਿਆਣਾ ਦੇ ਨਾਲ ਐਮਪੈਨਲਡ ਆ ਐਜ਼ ਅ ਸਰਟੀਫਾਈਡ ਚਾਰਟਰ ਇੰਜੀਨੀਅਰ। ਸਾਹਿਤਕ ਸੰਸਥਾਵਾਂ ਜਿਹੜੀਆਂ ਪੰਜਾਬੀ ਸਾਹਿਤ ਅਕੈਡਮੀ, ਹਰਿਆਣਾ ਪੰਜਾਬੀ ਸਾਹਿਤ ਅਕੈਡਮੀ, ਉਹਨਾਂ ਦਾ ਮੈਂ ਲਾਈਫ ਮੈਂਬਰ ਹਾਂ। ਦੂਸਰਾ ਮੈਂ ਮੈਨੇਜਮੈਂਟ ਐਂਡ ਮਾਰਕੀਟਿੰਗ ਸਪੈਸ਼ਲਿਸਟ ਹਾਂ ਔਰ ਮੈਂ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਦਾ ਵੀ ਸਥਾਈ ਮੈਂਬਰ ਹਾਂ। ਸੋ ਮੈਂ ਕਾਫੀ ਸੰਸਥਾਵਾਂ ਨਾਲ ਜੁੜਿਆ। ਮੈਂ ਹਾਲ ਹੀ ਵਿੱਚ ਇੱਕ ਮਲਟੀ ਐਕਟ ਪਲੇ ਗਲੂਕੋਮਾ ਅਵੇਅਰਨੈਸ ਵਾਸਤੇ ਲਿਖ ਲਿਆ ਹੈ ਔਰ ਉਹ ਮੇਰਾ ਖਿਆਲ ਹੈ ਕਿ ਜੇ ਗੁਰੂ ਬਖਸ਼ਿਸ਼ ਕਰੇਗਾ ਤੇ ਉਸ ਦਾ ਮੰਚਨ ਜਿਹੜਾ ਚੰਡੀਗੜ੍ਹ ਵਿੱਚ ਕਿਸੇ ਅੱਛੇ ਥੀਏਟਰ ਵਿੱਚ, ਟੈਗੋਰ ਥੀਏਟਰ ਜਾਂ ਕਿਤੇ ਕੀਤਾ ਜਾਏਗਾ ਆਉਣ ਵਾਲੇ ਸਮੇਂ 'ਚ। ਡੀਐਮ ਸਿੰਘ ਜੀ, ਤੁਸੀਂ ਕਵਿਤਾ, ਕਹਾਣੀ, ਮਿੰਨੀ ਕਹਾਣੀ ਸਭ ਲਿਖਦੇ ਹੋ, ਕੁਝ ਸਾਨੂੰ ਵੀ ਸੁਣਾਓ। ਮੈਂ ਆਪਣੀ ਨਜ਼ਮ ਦੇ ਚੰਦ ਸ਼ੇਰ ਤੁਹਾਨੂੰ ਸੁਣਾਉਣਾ ਜੀ। ਸੱਤ ਅਸਲ ਦਿਆ ਮੁਦਈਆ, ਉਹ ਵੇਖ ਤਾਂ ਦੂਜੇ ਬੰਨੇ, ਕਿਆ ਜਸ਼ਨ ਕਿਆ ਬਹਾਰ ਹੈ। ਸੱਤ ਅਸਲ ਦਿਆ ਮੁਦਈਆ, ਕਿੱਥੇ ਤੇਰੀ ਕਤਾਰ ਹੈ। ਤੇਰੇ ਸੁਹੱਪਣ ਨੂਰ ਤੇ ਨਜ਼ਰਾਂ ਟਿਕਾਂਦਾ ਕੌਣ ਹੈ। ਤੇਰੇ ਸੁਹੱਪਣ ਨੂਰ ਤੇ ਨਜ਼ਰਾਂ ਟਿਕਾਂਦਾ ਕੌਣ ਹੈ। ਕਿ ਕੋਠਿਓਂ ਟੱਪ ਜੋ ਆਈ ਉਹੀ ਹੁਸਨ ਦੀ ਸਰਕਾਰ ਹੈ। ਨਬਜ਼ੀ ਸਿਆਣੇ ਹਿਕਮਤ, ਸ਼ੇਰ ਅਰਜ਼ ਹੈ, ਨਜ਼ਮੀ ਸਿਆਣੇ ਹਿਕਮਤੀ ਦੀ ਚੁੰਡੀ ਦਵਾਈ ਕੀ ਕਰੇ। ਅੱਜ ਬੁੱਕ ਦਵਾਈਆਂ ਰੋਜ਼ ਦਾ ਜੇ ਭੂਤਮਨ ਸਵਾਰ ਹੈ। ਵਾਹ ਜੀ ਵਾਹ, ਬਹੁਤ ਖੂਬ, ਧੰਨਵਾਦ। ਕਹਿੰਦੇ ਨੇ ਕਿ ਅੱਜ ਕੱਲ ਦੇ ਦੌਰ ਦੇ ਵਿੱਚ ਮਨੁੱਖ ਜਿਹੜਾ ਉਹ ਮਸ਼ੀਨੀ ਹੁੰਦਾ ਜਾ ਰਿਹਾ, ਪਰ ਇਸ ਮਸ਼ੀਨੀ ਯੁੱਗ ਦੇ ਵਿੱਚ ਵੀ ਤੁਸੀਂ ਮਨੁੱਖ ਦੇ ਦਿਲ ਦੀਆਂ ਗੱਲਾਂ ਨੂੰ ਕਰਦੇ ਹੋ। ਇਹ ਤੁਹਾਡੀਆਂ ਗੱਲਾਂ ਨਾਲ ਜਾਣ ਕੇ ਸਾਨੂੰ ਪਤਾ ਲੱਗਾ। ਹੋਰ ਸਾਡੇ ਦਰਸ਼ਕਾਂ ਨੇ ਬਹੁਤ ਕੁਝ ਤੁਹਾਡੇ ਕੋਲ ਸਿੱਖਿਆ, ਪਰ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਸਭ ਤੋਂ ਵੱਡਾ ਇਹ ਹੈ ਕਿ ਮੈਂ ਬੱਚਿਆਂ ਨੂੰ ਸਭ ਤੋਂ ਵੱਡਾ ਜਾਂ ਆਪਣੇ ਸਾਥੀਆਂ ਨੂੰ ਇਹ ਸੁਨੇਹਾ ਦਿਆਂਗਾ ਕਿ ਆਪਣੀਆਂ ਮੈਰਿਟਸ ਕ੍ਰੀਏਟ ਕਰੋ ਔਰ ਆਪਣੀਆਂ ਮੈਰਿਟਸ ਦੇ ਬਿਨਾਂ ਤੇ ਜਿਹੜੀ ਤੁਹਾਨੂੰ ਇੱਜ਼ਤ ਮਿਲਦੀ ਹੈ ਉਹ ਸਥਾਈ ਹੋਏਗੀ। ਦੂਸਰੀ ਗੱਲ ਜੀ ਕਿ ਬੱਚੇ ਆਪਣੇ ਆਪ ਵਿੱਚ ਐਸੀਆਂ ਹੌਬੀਜ਼ ਮਾਂ-ਬਾਪ ਵੀ ਉਹਨਾਂ ਦੀ ਕ੍ਰੀਏਟ ਕਰਨ ਔਰ ਉਹਨਾਂ ਨੂੰ ਐਸਾ ਮਾਹੌਲ ਪ੍ਰਦਾਨ ਕਰਨ, ਕੁਆਲਿਟੀ ਟਾਈਮ ਦੇਣ, ਜਿਸ ਨਾਲ ਕਿ ਉਹਨਾਂ ਦੇ ਐਪਟੀਟਿਊਡ ਦੇ ਮੁਤਾਬਕ ਉਹਨਾਂ ਦੇ ਅੰਦਰ ਐਸੀਆਂ ਹੌਬੀਜ਼ ਡਿਵੈਲਪ ਹੋਣ, ਪੁਖਰਨ, ਵਧਣ, ਫੁੱਲਣ, ਤਾਂ ਜੇ ਉਹ ਸੇਵਾ ਮੁਕਤੀ ਤੋਂ ਬਾਅਦ ਜਾਂ ਆਪਣੇ ਜ਼ਿੰਦਗੀ ਦੇ ਇਸ ਪੜਾਅ 'ਤੇ ਜਿਸ 'ਤੇ ਮੈਂ ਹਾਂ ਆ ਕੇ ਵਿਹਲੇ ਨਾ ਹੋਣ, ਨਿਠੱਲੇ ਨਾ ਹੋਣ, ਆਈਡਲ ਨਾ ਹੋਣ ਅਤੇ ਤੰਗ ਨਾ ਪੈਣ, ਉਸੇ ਤਰ੍ਹਾਂ ਮਸਰੂਫ ਰਹਿਣ ਜਿਸ ਤਰ੍ਹਾਂ ਮੈਂ ਮਸਰੂਫ। ਤੁਹਾਡੀ ਜ਼ਿੰਦਗੀ ਦਾ ਇਹ ਨਿਚੋੜ ਹੈ ਜੋ ਸੁਨੇਹਾ ਤੁਸੀਂ ਸਾਡੇ ਦਰਸ਼ਕਾਂ ਨੂੰ ਦਿੱਤਾ ਹੈ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।